ਹੈਲੋ एवरीवन ਵੈਲਕਮ ਟੂ ਦੀ ਐਸਪੀਰੈਂਟਸ। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੁਝ ਹੋਰ ਪੋਲਿਟੀ ਦੇ ਹੀ ਐਮਸੀਕਿਊਜ਼ ਜਿਹੜੇ ਆ ਉਹ ਪ੍ਰੈਕਟਿਸ ਕਰਾਂਗੇ। ਇਹ ਵੀਡੀਓ ਥਰਡ ਹੈ। ਇਸ ਤੋਂ ਪਹਿਲਾਂ ਅਸੀਂ ਦੋ ਵੀਡੀਓਜ਼ ਆਲਰੇਡੀ ਰਿਲੀਜ਼ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੀਆਂ ਹੋਈਆਂ ਤਾਂ ਪਲੀਜ਼ ਉਹਨਾਂ ਨੂੰ ਜਾ ਕੇ ਦੇਖੋ। ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਜਿਹੜਾ ਸਾਡੇ ਕੋਲ ਹੈਗਾ, ਮੈਚ ਦ ਫੋਲੋਇੰਗ। एक साइड ते साढ़े को आर्टिकल्स लिखे हुए हैं तो दूसरी साइड ते प्रोविजनस। आर्टिकल 368, आर्टिकल 214, आर्टिकल 110, आर्टिकल 76 ਤੇ प्रोविजनस की ने हाई कोर्ट, अटॉर्नी जनरल, कॉन्स्टिट्यूशनल अमेंडमेंट, मनी बिल ਅਸੀਂ ਮੈਚ ਕਰਨਾ ਹੈ। ਠੀਕ ਹੈ, ਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਆਰਟੀਕਲ 368 ਜਿਹੜਾ ਹੁੰਦਾ ਉਹ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਰਿਲੇਟਡ ਹੁੰਦਾ। ਜੇ ਸਾਨੂੰ ਇਹਦੇ ਵਿੱਚ ਇੱਕ ਵੀ ਪਤਾ ਹੈ ਤਾਂ ਅਸੀਂ ਸ਼ਾਇਦ ਆਨਸਰ ਤੇ ਪਹੁੰਚ ਸਕਦੇ ਹਾਂ। ਏ ਦਾ 3, ਠੀਕ ਹੈ, ए ਦਾ 3 ਜਿਹੜਾ ਹੈਗਾ ਉਹ ਥਰਡ ਆਪਸ਼ਨ ਦੇ ਵਿੱਚ ਹੈਗਾ ਤੇ ਰਾਈਟ ਆਨਸਰ ਜਿਹੜਾ ਉਹ ਥਰਡ ਆਪਸ਼ਨ ਹੋ ਜਾਏਗਾ। ਬਟ ਅਸੀਂ ਬਾਕੀ ਸਾਰੇ ਵੀ ਡਿਸਕਸ ਕਰ ਲੈਂਦੇ ਹਾਂ। ਆਰਟੀਕਲ ਜਿਹੜਾ 214 ਹੈ ਉਹ ਹਾਈ ਕੋਰਟਸ ਨਾਲ ਡੀਲ ਕਰਦਾ। ਆਰਟੀਕਲ 110 ਜਿਹੜਾ ਹੈ ਉਹ ਮਨੀ ਬਿਲ ਦੀ ਡੈਫੀਨੇਸ਼ਨ ਦਿੰਦਾ ਤੇ ਆਰਟੀਕਲ 76 ਦੇ ਵਿੱਚ ਅਟਾਰਨੀ ਜਨਰਲ ਬਾਰੇ ਮੈਂਸ਼ਨਡ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਫੀਚਰ ਆਫ ਡੈਮੋਕ੍ਰੇਸੀ। ਤਾਂ ਡੈਮੋਕ੍ਰੇਸੀ ਦਾ ਜਿਹੜਾ ਫੀਚਰ ਹੈ ਕਿਹੜਾ ਇਹਨਾਂ 'ਚੋਂ ਨਹੀਂ ਹੈ। ਠੀਕ ਹੈ, ਨਾਟ। In a democracy, the final decision-making power must rest with those elected by people. बिल्कुल ठीक है जी। Democracy is based on a free and fair election where those currently in power have a fair chance of losing. बिल्कुल ठीक है जी। In a democracy, each adult citizen must have one vote and each vote must have one value. ये भी ठीक है जी। The elected government in democracy is not limited by any authority or rule. ਇਹ ਬਿਲਕੁਲ ਗਲਤ ਹੋ ਜਾਂਦਾ। ਐਕਚੁਅਲੀ ਜਦੋਂ ਅਸੀਂ ਲਿਮਿਟਡ ਗਵਰਨਮੈਂਟ ਬਾਰੇ ਪੜ੍ਹਦੇ ਹਾਂ ਨਾ ਤਾਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਇੱਦਾਂ ਲਿਖੀਆਂ ਗਈਆਂ ਕਿ ਉਹ ਸਟੇਟ ਦੇ ਉੱਤੇ ਕੁਝ ਲਿਮਿਟਸ ਲਾਉਂਦੀਆਂ ਨੇ ਤਾਂ ਕਿ ਸਟੇਟ ਜਿਹੜਾ ਹੈ ਆਰਬਿਟਰੇਰੀ ਲਾਜ਼ ਨਾ ਬਣਾ ਸਕੇ। ਠੀਕ ਹੈ, ਤਾਂ ਉਹਨੂੰ ਅਸੀਂ ਲਿਮਿਟਡ ਗਵਰਨਮੈਂਟ ਕਹਿੰਦੇ ਹੁੰਦੇ ਹਾਂ। ਤਾਂ ਜਿਹੜਾ ਇਹਦਾ ਰਾਈਟ ਆਨਸਰ ਹੈ ਉਹ ਆਪਸ਼ਨ 4 ਹੀ ਹੈ ਕਿ ਇਹ ਡੈਮੋਕ੍ਰੇਸੀ ਦਾ ਇੱਕ ਫੀਚਰ ਨਹੀਂ ਹੈ। ਠੀਕ ਹੈ ਜੀ। नेक्स्ट क्वेश्चन है, सिलेक्ट द करेक्ट क्रोनोलॉजिकल सीक्वेंस ऑफ फॉर्मेशन ऑफ द फॉलोइंग यूनियन टेरेटरीज। अंडमान एंड निकोबार, दादरा एंड नगर हवेली, पुडुचेरी एंड चंडीगढ़। हुण इन्हां दा करैक्ट क्रोनोलॉजिकल सीक्वेंस असीं दसना हैगा। सब तो पहला तो सानू घट्टो घट्ट जे असीं क्रोनोलॉजी च लाना होवे ना घट्टो घट्ट 2 या 3 ਤਾਂ ਪਤਾ ਹੀ ਹੋਣੀਆਂ ਚਾਹੀਦੀਆਂ ਹੁੰਦੀਆਂ। बट जे ਇੱਥੇ ਸਾਨੂੰ 2 ਵੀ ਪਤਾ ਤਾਂ ਅਸੀਂ ਕਿਤੇ ਨਾ ਕਿਤੇ ਗੈਸ ਕਰ ਸਕਦੇ ਹਾਂ। ਚੰਡੀਗੜ੍ਹ ਦਾ ਲਗਭਗ ਸਭ ਨੂੰ ਪਤਾ ਹੋਏਗਾ 1966 ਦੇ ਵਿੱਚ ਜਦੋਂ ਪੰਜਾਬ ਤੇ ਹਰਿਆਣਾ ਅਲੱਗ ਹੋਏ ਆ, ਚੰਡੀਗੜ੍ਹ ਉਦੋਂ ਅਲੱਗ ਤੋਂ ਯੂਟੀ ਬਣਿਆ। ਠੀਕ ਹੈ, ਤੇ ਪੁਡੂਚੇਰੀ ਦਾ ਵੀ ਮੋਸਟਲੀ ਐਸਪੀਰੈਂਟਸ ਨੂੰ ਪਤਾ ਹੀ ਹੁੰਦਾ 1962। ਤਾਂ ਦੋ ਜਿਹੜੇ ਆ ਉਹ ਮੈਂ ਦੱਸ ਦੇਣਾ। ਅੰਡੇਮਾਨ ਐਂਡ ਨਿਕੋਬਾਰ ਜਿਹੜਾ ਉਹ 1956 ਦੇ ਵਿੱਚ ਹੀ ਬਣ ਗਿਆ ਸੀਗਾ ਜਦੋਂ ਅਸੀਂ ਜਿਹੜਾ ਲਿੰਗੁਇਸਟਿਕ ਬੇਸ ਤੇ ਸਟੇਟਸ ਰੀਆਰਗੇਨਾਈਜ਼ ਕੀਤੇ ਆ ਨਾ, ਉਦੋਂ ਹੀ ਅੰਡੇਮਾਨ ਐਂਡ ਨਿਕੋਬਾਰ ਨੂੰ ਇੱਕ ਯੂਟੀ ਬਣਾ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਜਿਹੜਾ ਅੰਡੇਮਾਨ ਐਂਡ ਨਿਕੋਬਾਰ ਸੀ ਉਹ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਸਟੇਟਸ ਏ ਲਿਸਟ ਹੁੰਦੀ ਸੀ, ਫਿਰ ਬੀ ਲਿਸਟ, ਫਿਰ ਸੀ ਲਿਸਟ, ਫਿਰ ਡੀ ਲਿਸਟ। ਤਾਂ ਉਹਨਾਂ 'ਚੋਂ ਕਿਹੜੀ ਲਿਸਟ ਦੇ ਵਿੱਚ ਆਉਂਦਾ ਸੀ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਠੀਕ ਹੈ ਜੀ। ਦਾਦਰਾ ਐਂਡ ਨਗਰ ਹਵੇਲੀ ਜਿਹੜਾ ਸੀ ਉਹ 1961 ਦੇ ਵਿੱਚ ਯੂਟੀ ਬਣੀ ਸੀ। ਤਾਂ ਇਹਦਾ ਰਾਈਟ ਆਨਸਰ ਜਿਹੜਾ ਆਪਸ਼ਨ ਏ ਹੋ ਜਾਏਗਾ 1 2 3 4। ਇਹਦਾ ਇੱਥੇ ਵੀ ਥੋੜ੍ਹਾ ਜਿਹਾ ਐਕਸਪਲੇਨ ਕੀਤਾ ਹੋਇਆ ਕਿ ਇਹ ਸਾਰੀਆਂ ਜਿਹੜੀਆਂ ਯੂਟੀਜ਼ ਨੇ ਇਹ ਸਾਰੀਆਂ 1956 ਦੇ ਵਿੱਚ ਬਣੀਆਂ ਸੀਗੀਆਂ। ਠੀਕ ਹੈ। नेक्स्ट क्वेश्चन है, द पर्पज़ ऑफ इंक्लूजन ऑफ डायरेक्टिव प्रिंसिपल्स ऑफ स्टेट पॉलिसी इन इंडियन कॉन्स्टिट्यूशन इज़ टू एस्टैबलिश। कि DPSPs ਜਿਹੜੇ ਆ ਉਹ ਸਾਡੀ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਕੀ ਹੈ? ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ ਲੈ ਕੇ ਆਉਣਾ, ਪੋਲੀਟੀਕਲ ਡੈਮੋਕ੍ਰੇਸੀ ਲੈ ਕੇ ਆਉਣਾ, ਗਾਂਧੀਅਨ ਡੈਮੋਕ੍ਰੇਸੀ, ਇਕਨੋਮਿਕ ਡੈਮੋਕ੍ਰੇਸੀ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਏ, ਸੋਸ਼ਲ ਐਂਡ ਇਕਨੋਮਿਕ ਡੈਮੋਕ੍ਰੇਸੀ। ਠੀਕ ਹੈ ਜੀ। DPSPs ਜਿਹੜੇ ਅਸੀਂ ਉਹ ਆਇਰਿਸ਼ ਕੌਨਸਟੀਟਿਊਸ਼ਨ ਤੋਂ ਲੈ ਜਾਂ ਪਾਰਟ 4 ਦੇ ਵਿੱਚ ਨੇ, ਆਰਟੀਕਲ 36 ਤੋਂ ਲੈ ਕੇ 51 ਤੱਕ ਨੇ। ਠੀਕ ਹੈ ਜੀ। ਅਤੇ DPSPs ਜਿਹੜੇ ਉਹ ਨਾਨ ਜਸਟਿਸ਼ੀਏਬਲ ਹੁੰਦੇ ਆ ਅਤੇ ਮਤਲਬ ਇੰਪੋਰਟੈਂਟ ਜਿਹੜੇ ਪੁਆਇੰਟਸ ਨੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਆ। ਠੀਕ ਹੈ ਜੀ। ਅਤੇ ਇੱਕ ਗਾਈਡਿੰਗ ਪ੍ਰਿੰਸੀਪਲ ਦੀ ਤਰ੍ਹਾਂ ਕੰਮ ਕਰਦੇ ਆ ਬੋਥ ਫॉर ਲੈਜਿਸਲੇਚਰ ਐਂਡ ਦ ਐਗਜ਼ੀਕਿਊਟਿਵਸ। ਠੀਕ। नेक्स्ट क्वेश्चन ਜਿਹੜਾ ਹੈਗਾ, who argued that the Indian constitution established indeed a system of government which is at most quasi-federal, a unitary state with subsidiary feature rather than a federal state with unitary features। ਤੇ ਇਹ ਜਿਹੜੀ ਸਟੇਟਮੈਂਟ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਉਹ ਕੁਆਜ਼ੀ ਫੈਡਰਲ ਹੈ ਉਹ ਕਿਹਨੇ ਦਿੱਤੀ ਸੀ? ਠੀਕ ਹੈ, ਆਪਸ਼ਨ ਹੈਗੇ KC ਵੇਅਰ, ਜਸਟਿਸ ਫਜ਼ਲ ਅਲੀ, ਸਰ ਆਈਵਰ ਜੈਨਿੰਗਸ, ਡਾਕਟਰ BR ਅੰਬੇਡਕਰ। ਰਾਈਟ ਆਨਸਰ ਜਿਹੜਾ ਹੈਗਾ ਇਹਦਾ ਹੈਗਾ ਸਰ KC ਵੇਅਰ ਜੀ। KC ਵੇਅਰ ਜੀ ਕੌਣ ਸੀਗੇ? ਇੱਕ ਆਸਟ੍ਰੇਲੀਅਨ ਅਕੈਡਮਿਸ਼ੀਅਨ ਸੀਗੇ। ਠੀਕ ਹੈ, ਇਹ ਅਸੀਂ ਯਾਦ ਰੱਖਾਂਗੇ। ਨੈਕਸਟ ਕੁਐਸਚਨ ਜੋ ਹੈ,
The category of overseas citizens of India was entered in the Citizenship Act of India through an amendment in the year। ਹੁਣ ਸਾਨੂੰ ਪਤਾ ਹੈ ਕਿ ਸਿਟੀਜ਼ਨਸ਼ਿਪ ਐਕਟ ਜਿਹੜਾ ਹੈ ਉਹ 1955 ਦੇ ਵਿੱਚ ਬਣਿਆ ਸੀ, ਠੀਕ ਹੈ, ਬਟ ਉਸ ਤੋਂ ਬਾਅਦ ਉਹਦੇ ਵਿੱਚ 6 ਟਾਈਮਸ ਅਮੈਂਡਮੈਂਟ ਹੋ ਚੁੱਕੀਆਂ ਨੇ। ਤੇ ਜਿਹੜੀ OCI ਮਤਲਬ ਕਿ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਵਾਲੀ ਜਿਹੜੀ ਕਲੌਜ਼ ਹੈ ਉਹ ਕਿਹੜੇ ਅਮੈਂਡਮੈਂਟ ਦੇ ਵਿੱਚ ਐਡ ਕੀਤੀ ਗਈ ਸੀ? ਸੋ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਡੀ 2003 ਦੇ ਵਿੱਚ, ਠੀਕ ਹੈ। ਤੇ ਇਹਦੀ ਜਿਹੜੀ ਅਮੈਂਡਮੈਂਟ ਈਅਰਸ ਨੇ ਉਹ ਵੀ ਸਾਨੂੰ ਪਤਾ ਹੋਣੇ ਚਾਹੀਦੇ ਆ, ਸੋ ਪਲੀਜ਼ ਇੱਕ ਵਾਰ ਉਹਨਾਂ ਨੂੰ ਦੇਖ ਲੈਣਾ। ਇੱਕ ਤੇ 1986 ਹੈ, ਇੱਕ 2003 ਹੈ, ਫਿਰ 2005 ਹੈ, ਆਫਟਰ ਦੈਟ 2015 ਹੈ, ਤੇ ਇੱਕ ਜਿਹੜਾ ਹੁਣ ਰੀਸੈਂਟਲੀ ਹੋਇਆ ਸੀ 2019, ਠੀਕ ਹੈ ਜੀ। ਤੇ OCI ਜਿਹੜਾ ਪਿਛਲੇ ਸਾਲ ਕਾਫੀ ਕਰੰਟ ਅਫੇਅਰਸ ਦੇ ਵਿੱਚ ਵੀ ਸੀਗਾ, ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ। ਨੈਕਸਟ ਜਿਹੜਾ ਕੁਐਸਚਨ ਹੈ, ਵਿਦ ਰੈਫਰੈਂਸ ਟੂ ਦ ਫੰਡਾਮੈਂਟਲ ਡਿਊਟੀਜ਼ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਦ ਆਈਡੀਆ ਆਫ ਫੰਡਾਮੈਂਟਲ ਡਿਊਟੀਜ਼ ਆਰ ਇੰਸਪਾਇਰਡ ਬਾਈ ਦ ਕਨਸਟੀਟਿਊਸ਼ਨ ਆਫ USSR। ਫੰਡਾਮੈਂਟਲ ਡਿਊਟੀਜ਼ ਆਰ ਜਸਟੀਸ਼ੀਏਬਲ ਇਨ ਨੇਚਰ, ਠੀਕ ਹੈ, ਅਸੀਂ ਕਰੈਕਟ ਸਟੇਟਮੈਂਟ ਦੱਸਣੀ ਆ। ਤੇ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਹੁੰਦੀਆਂ ਉਹ ਨਾਨ ਜਸਟੀਸ਼ੀਏਬਲ ਹੁੰਦੀਆਂ, ਤੇ ਇਸੇ ਰੀਜ਼ਨ ਕਰਕੇ ਇਹਨਾਂ ਨੂੰ ਜਿਹੜਾ ਪਾਰਟ 4 ਦੇ ਵਿੱਚ ਰੱਖਿਆ ਗਿਆ, ਮਤਲਬ ਪਾਰਟ 4A ਦੇ ਵਿੱਚ ਰੱਖਿਆ ਗਿਆ, ਠੀਕ ਹੈ। ਇਹਨਾਂ ਨੂੰ ਪਾਰਟ 3A ਵੀ ਬਣਾ ਸਕਦੇ ਸੀ, ਤਾਂ ਸਿਰਫ ਇਹੀ ਰੀਜ਼ਨ ਹੈ ਕਿ ਇਹ ਵੀ DPSPs ਦੀ ਤਰ੍ਹਾਂ ਨਾਨ ਜਸਟੀਸ਼ੀਏਬਲ ਨੇ, ਤਾਂ ਕਰਕੇ ਹੀ ਇਹਨਾਂ ਨੂੰ ਪਾਰਟ 4A ਰੱਖਿਆ ਗਿਆ, ਠੀਕ ਹੈ। ਇਹ ਬਹੁਤ ਘੱਟ ਐਸਪੀਰੈਂਟਸ ਨੂੰ ਪਤਾ ਹੁੰਦਾ। ਤੇ ਆਈਡੀਆ ਆਫ ਫੰਡਾਮੈਂਟਲ ਡਿਊਟੀਜ਼ ਜਿਹੜਾ ਉਹ ਇੰਸਪਾਇਰਡ ਹੈ ਕਨਸਟੀਟਿਊਸ਼ਨ ਆਫ USSR ਤੋਂ, ਇਹ ਬਿਲਕੁਲ ਸਟੇਟਮੈਂਟ ਸਹੀ ਹੈ। ਤੇ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ ਉਹ ਕਿਹੜੀ ਅਮੈਂਡਮੈਂਟ ਦੇ ਵਿੱਚ ਅਸੀਂ ਐਡ ਕੀਤੇ ਸੀ, ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਠੀਕ ਹੈ। ਸੋ ਕਰੈਕਟ ਆਨਸਰ ਇਜ਼ 1 ਓਨਲੀ, ਠੀਕ ਹੈ ਜੀ। ਤੇ ਫੰਡਾਮੈਂਟਲ ਡਿਊਟੀਜ਼ ਬਾਰੇ ਅਸੀਂ ਦੁਬਾਰਾ ਇੱਕ ਵਾਰ ਦੇਖ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਆਨਸਰ ਆ ਹੀ ਗਿਆ ਹੁਣ। ਪਾਰਟ 4A ਦੇ ਵਿੱਚ ਹੈਗੀਆਂ ਨੇ, ਤੇ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਆਫ 1976 ਦੇ ਨਾਲ ਸਵਰਨ ਸਿੰਘ ਕਮੇਟੀ ਦੀ ਰਿਕਮੈਂਡੇਸ਼ਨ ਤੇ ਇਹ ਐਡ ਕੀਤੇ ਗਏ ਸੀ। ਓਰੀਜਨਲੀ ਜਿਹੜੀਆਂ 10 ਫੰਡਾਮੈਂਟਲ ਡਿਊਟੀਜ਼ ਸੀਗੀਆਂ, ਬਟ 2002 'ਚ ਇੱਕ 86 ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ, ਜਿਹਦੇ ਵਿੱਚ ਜਿਹੜਾ ਰਾਈਟ ਟੂ ਐਡੂਕੇਸ਼ਨ ਜਿਹੜਾ ਹੈਗਾ ਉਹ ਅਸੀਂ ਐਡ ਕੀਤਾ ਸੀ, ਠੀਕ ਹੈ। ਉਹਦੇ ਨਾਲ ਫਿਰ ਇੱਕ ਅਸੀਂ 11th ਫੰਡਾਮੈਂਟਲ ਡਿਊਟੀ ਐਡ ਕੀਤੀ ਸੀ, ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਪੇਰੈਂਟਸ ਦੀ ਇਹ ਡਿਊਟੀ ਹੈ ਕਿ ਉਹ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਜਿਹੜੀ 6 to 14 ਈਅਰਸ ਆਫ ਏਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਭੇਜਣ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਕੈਨ ਬੀ ਇਸ਼ੂਡ ਅਗੇਂਸਟ ਬੋਥ ਪਬਲਿਕ ਅਥਾਰਟੀਜ਼ ਐਜ਼ ਵੈਲ ਐਜ਼ ਪ੍ਰਾਈਵੇਟ ਇੰਡੀਵਿਜੂਅਲਸ ਔਰ ਬੋਡੀਜ਼। ਇਹ ਨੀਚੇ 3 ਜਿਹੜੀਆਂ ਰਿਟਸ ਸਾਡੀਆਂ ਲਿਖੀਆਂ ਹੋਈਆਂ, ਹੈਬੀਅਸ ਕਾਰਪਸ ਹੋ ਗਿਆ, ਪ੍ਰੋਹਿਬਿਸ਼ਨ ਹੋ ਗਿਆ, ਕਿਊ ਵਾਰੰਟੋ ਹੋ ਗਈ। ਇਹਨਾਂ ਦੇ ਵਿੱਚੋਂ ਕਿਹੜੀਆਂ ਜਿਹੜੀਆਂ ਰਿਟਸ ਨੇ ਉਹ ਪਬਲਿਕ ਅਥਾਰਟੀਜ਼ ਐਜ਼ ਵੈਲ ਐਜ਼ ਪ੍ਰਾਈਵੇਟ ਇੰਡੀਵਿਜੂਅਲਸ ਦੇ ਅਗੇਂਸਟ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ ਜਿਹੜੇ ਆ ਉਹ ਇਸ਼ੂ ਕਰ ਸਕਦੇ ਆ। ਜਿਵੇਂ ਕਿ ਸਾਨੂੰ ਪਤਾ ਹੀ, ਅਸੀਂ ਪਿਛਲੀ ਵੀਡੀਓਜ਼ ਦੇ ਵਿੱਚ ਰਿਟਸ ਬਹੁਤ ਹੀ ਡਿਟੇਲ 'ਚ ਪੜ੍ਹੀਆਂ ਸੀ, ਤੇ ਉੱਥੇ ਸਿਰਫ ਇੱਕੋ ਹੀ ਜਿਹੜੀ ਰਿਟ ਸੀ ਉਹ ਅਸੀਂ ਛੱਡੀ ਸੀ ਕਿਉਂਕਿ ਆਪਸ਼ਨ 'ਚ ਨਹੀਂ ਸੀ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਬੀਅਸ ਕਾਰਪਸ ਹੈ, ਠੀਕ ਹੈ, 1 ਓਨਲੀ। ਹੁਣ ਹੈਬੀਅਸ ਕਾਰਪਸ ਟੂ ਹੈਵ ਦ ਬੋਡੀ ਮਤਲਬ ਕਿ ਤੁਸੀਂ ਉਹ ਬੰਦੇ ਨੂੰ ਪੇਸ਼ ਕਰਨਾ ਹੈਗਾ ਕੋਰਟ ਦੇ ਵਿੱਚ, ਉਹਦੇ ਲਈ ਇਹ ਹੈਬੀਅਸ ਕਾਰਪਸ ਜਿਹੜੀ ਰਿਟ ਹੈ ਉਹ ਇਸ਼ੂ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਇਜ਼ ਆਰ ਦ ਫੀਚਰਸ ਆਫ ਬੇਸਿਕ ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ। ਤੇ ਬੇਸਿਕ ਸਟਰਕਚਰ ਦੇ ਕਿਹੜੇ ਫੀਚਰਸ ਨੇ? ਜੁਡੀਸ਼ੀਅਲ ਰਿਵਿਊ, ਸੈਪਰੇਸ਼ਨ ਆਫ ਪਾਵਰ, ਇੰਡੀਵਿਜੂਅਲ ਫਰੀडम। ਤੇ ਸਾਡੇ ਆਪਸ਼ਨਸ ਨੇ 1 and 2, 1 and 3, 2 and 3, 1, 2 and 3। ਤੇ ਜਿਹੜਾ ਦਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਡੀ, ਠੀਕ ਹੈ। ਤਿੰਨੋਂ ਹੀ ਜਿਹੜੇ ਆ ਉਹ ਬੇਸਿਕ ਸਟਰਕਚਰ ਦੇ ਪਾਰਟ ਨੇ। ਹੁਣ ਬੇਸਿਕ ਸਟਰਕਚਰ ਬਾਰੇ ਇੱਕ ਕੁਐਸਚਨ ਆ ਜਾਂਦਾ ਕਿ ਕੀ ਬੇਸਿਕ ਸਟਰਕਚਰ ਜਿਹੜਾ ਉਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਹੈ ਜਾਂ ਫਿਰ ਉਹਦੇ ਵਿੱਚ ਉਹਦੀ ਡਿਫਾਈਨ ਕੀਤਾ ਹੋਇਆ ਡੈਫੀਨੇਸ਼ਨ ਹੈਗੀ ਆ? ਬਿਲਕੁਲ ਨਹੀਂ ਹੈ, ਠੀਕ ਹੈ। ਇਹ ਚੀਜ਼ ਅਸੀਂ ਧਿਆਨ ਰੱਖਾਂਗੇ। ਬੇਸਿਕ ਸਟਰਕਚਰ ਦਾ ਜਿਹੜਾ ਕਨਸੈਪਟ ਹੈ ਉਹ ਆਇਆ ਕਿੱਥੋਂ ਐਕਚੁਅਲੀ? ਜਦੋਂ ਕੇਸਵਨੰਦ ਭਾਰਤੀ ਕੇਸ ਹੋਇਆ ਸੀ ਨਾ 1973 ਦੇ ਵਿੱਚ, ਠੀਕ ਹੈ, ਤਾਂ ਉਸ ਟਾਈਮ ਜਿਹੜੀ ਕਨਸਟੀਟਿਊਸ਼ਨਲ ਬੈਂਚ ਬੈਠੀ ਸੀ 13 ਜੱਜਸ ਦੀ, ਉਹਨਾਂ ਨੇ ਇਹ ਵਾਲਾ ਜਿਹੜਾ ਕਨਸੈਪਟ ਦਿੱਤਾ ਸੀ। ਤੇ ਇਹ ਕਿਤੇ ਵੀ ਡਿਫਾਈਨਡ ਨਹੀਂ ਹੈ ਕਿ ਕਿਹੜੀ ਚੀਜ਼ ਬੇਸਿਕ ਸਟਰਕਚਰ ਦੇ ਵਿੱਚ ਹੈਗੀ ਹੈ ਜਾਂ ਕਿਹੜੀ ਚੀਜ਼ ਬੇਸਿਕ ਸਟਰਕਚਰ ਦੇ ਵਿੱਚ ਨਹੀਂ ਹੈ। ਤੇ ਸੁਪਰੀਮ ਕੋਰਟ ਨੇ ਉਦੋਂ ਜਿਹੜੀ ਵਰਡਿਕਟ ਦਿੱਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਟਾਈਮ ਟੂ ਟਾਈਮ ਦੱਸਾਂਗੇ ਕਿ ਕੀ ਚੀਜ਼ ਜਿਹੜੀ ਹੈ ਉਹ ਕਨਸਟੀਟਿਊਸ਼ਨ ਦੇ ਬੇਸਿਕ ਸਟਰਕਚਰ 'ਚ ਹੈ ਤੇ ਕੀ ਚੀਜ਼ ਨਹੀਂ ਹੈ, ਠੀਕ ਹੈ। ਬਟ ਜਿਹੜੀਆਂ ਉਸ ਤੋਂ ਬਾਅਦ ਜਿਹੜੀਆਂ ਸੁਪਰੀਮ ਕੋਰਟ ਦੀਆਂ ਵਰਡਿਕਟਸ ਆਈਆਂ ਨੇ, ਇਹ ਜਿਹੜਾ ਚੀਜ਼ ਹੈ ਉਹ ਬੇਸਿਕ ਸਟਰਕਚਰ ਦਾ ਪਾਰਟ ਹੈਗੀ ਆ, ਤੇ ਇਹ ਜਿਹੜੀ ਚੀਜ਼ ਹੈ ਉਹ ਬੇਸਿਕ ਸਟਰਕਚਰ ਦਾ ਪਾਰਟ ਨਹੀਂ ਹੈ, ਠੀਕ ਹੈ ਜੀ। ਤੇ ਇਹ ਬਿਲਕੁਲ ਇੱਦਾਂ ਨਹੀਂ ਹੈ ਕਿ ਕਿਤੇ ਲਿਖਿਆ ਹੋਇਆ, ਇਹ ਕਿਤੇ ਨਹੀਂ ਲਿਖਿਆ ਹੋਇਆ, ਠੀਕ ਹੈ ਜੀ। ਟਾਈਮ ਟੂ ਟਾਈਮ ਜਿਹੜਾ ਸੁਪਰੀਮ ਕੋਰਟ ਹੈ ਉਹ ਸਾਨੂੰ ਦੱਸਦਾ ਰਹਿੰਦਾ ਕਿ ਕੋਈ ਵੀ ਜਦੋਂ ਉਹਨਾਂ ਦੇ ਸਾਹਮਣੇ ਕੇਸ ਆਉਂਦਾ ਤਾਂ ਉੱਥੇ ਕਲੈਰੀਫਾਈ ਕਰਦੇ ਰਹਿੰਦੇ ਆ, ਠੀਕ ਹੈ ਜੀ। ਬਾਕੀ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹ ਤੁਸੀਂ ਯਾਦ ਕਰ ਸਕਦੇ ਹੋ। ਸੈਪਰੇਸ਼ਨ ਆਫ ਪਾਵਰ ਹੈ ਜਿਹੜਾ, ਸੈਕੂਲਰ ਨੇਚਰ ਆਫ ਕਨਸਟੀਟਿਊਸ਼ਨ ਹੈ, ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ, ਸੁਪਰੀਮੇਸੀ ਆਫ ਦ ਕਨਸਟੀਟਿਊਸ਼ਨ, ਇੰਡੀਵਿਜੂਅਲ ਫਰੀडम, ਰਿਪਬਲਿਕਨ ਐਂਡ ਡੈਮੋਕ੍ਰੈਟਿਕ ਫਾਰਮਸ ਆਫ ਗਵਰਨਮੈਂਟ, ਫੈਡਰਲਿਜ਼ਮ,
इन द कॉन्स्टिट्यूशन, ठीक है। रूल ऑफ इक्वालिटी, रूल ऑफ लॉ, जुडिशियल रिव्यू, ठीक है। लिमिटेड पावर ऑफ द पार्लीमेंट टू अमेंड द कॉन्स्टिट्यूशन। नैक्सट जो क्वेश्चन है, कंसिडर द फॉलोइंग पेयर्स, ठीक है। इतने फिर साढ़े को जो पार्ट्स ऑफ द इंडियन कॉन्स्टिट्यूशन तो किहड़े सबजैक्ट मैटर नाल डील करते हैं वो लिखा हुआ। पार्ट 1, पार्ट 9 एंड पार्ट 15, सिटीजनशिप, द यूनियन गवर्नमेंट, द पंचायत्स, द इलैक्शंस। बट क्वेश्चन जो है क्वेश्चन ध्यान नाल असीं पढ़ना होंदा, ठीक है। विच ऑफ द पेयर्स गिवन अबव आर करैक्टली मैच्ड, असीं दसना कि किहड़ा जिहड़ा पार्ट है वो ਉਹਦੇ सबजैक्ट मैटर नाल एग्जैक्टली मैच्ड करता है। सो पार्ट 1 ਦੇ ਵਿੱਚ ਜਿਵੇਂ ਸਾਨੂੰ ਪਤਾ ਹੀ ਹੈ कि यूनियन एंड इट्स टैरेटरी बारे पढ़ते हैं, तो सिटीजनशिप ਜਿਹੜਾ ਉਹ पार्ट 2 है, ठीक है। फर्स्ट गलत हो जाएगा तो ਇਹਦੇ ਨਾਲ ਜਿਹੜਾ ऑप्शन ए ਤੇ ऑप्शन सी है वो तो एलिमिनेट ही हो जाएगा सीधा, ठीक है। उस तो बाद पार्ट 6 ਜਿਹੜਾ है वो हैगा द यूनियन गवर्नमेंट, ਇੱਥੇ ਜਿਹੜਾ ਲਿਖਿਆ ਹੋਇਆ। बट यूनियन गवर्नमेंट ਜਿਹੜੀ है वो पार्ट 5 ਦੇ ਵਿੱਚ ਆਉਂਦੀ है, पार्ट 6 ਦੇ ਵਿੱਚ ਆਉਂਦੀ है स्टेट गवर्नमेंट्स, ठीक है। तो 2 भी गलत हो जाएगा, तो ਜਿਹੜਾ राइट आंसर ਸਾਡੇ ਕੋਲ बच गया ऑप्शन डी 3 एंड 4 ओनली, ठीक है। बट असी दूसरे भी देख लेना, पार्ट 9 ਦੇ ਵਿੱਚ पंचायत्स आउंदा है, बिल्कुल सही है। पार्ट 15 ਦੇ ਵਿੱਚ इलैक्शंस आउंदा है, ये भी बिल्कुल सही है, ठीक है जी। नेक्स्ट क्वेश्चन है, विच वन ऑफ द फॉलोइंग आर्टिकल्स और शेड्यूल्स इन द कॉन्स्टिट्यूशन ऑफ इंडिया डील्स विद ऑटोनोमस डिस्ट्रिक्ट काउंसिल्स। तो ये ऑप्शंस ने 6th शेड्यूल, आर्टिकल 370, आर्टिकल 250, 8th शेड्यूल। तो ਜਿਹੜਾ ऑटोनोमस डिस्ट्रिक्ट काउंसिल्स ਹੁੰਦੀਆਂ, ठीक है, ਜਦੋਂ ਅਸੀਂ 6th शेड्यूल की गल करते हैं, ठीक है, कि ਜਿਹੜੇ ਅਸਾਮ, ਮੇਘਾਲਿਆ, त्रिपुरा ਤੇ ਮਿਜ਼ੋਰਮ ਦੇ ਜਿਹੜੇ ट्राइबल एरियाज़ ने ਉਹਨਾਂ ਨਾਲ ਡੀਲ ਕਰਦਾ ਜਿਹੜਾ 6th शेड्यूल, ठीक है जी। ਪਹਿਲੇ ਤਾਂ ਇਹ ਪਤਾ ਹੋਣਾ ਚਾਹੀਦਾ, ਆਪਾਂ ਪੁਰਾਣੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਡਿਟੇਲ 'ਚ ਡਿਸਕਸ ਕੀਤਾ ਸੀ। ਜਿਹੜੀ ਆਟੋਨੋਮਸ ਡਿਸਟ੍ਰਿਕਟ ਕਾਉਂਸਲਸ ਨੇ ਉਹ 6th शेड्यूल ਦੇ ਵਿੱਚ ਮੈਂਸ਼ਨਡ ਨੇ, ਠੀਕ ਹੈ। 6th शेड्यूल ਦੇ ਵਿੱਚ ਅਸੀਂ 4 ਸਟੇਟਸ ਬਾਰੇ ਪੜ੍ਹਦੇ ਹਾਂ, ਅਸਾਮ, त्रिपुरा, ਮੇਘਾਲਿਆ, ਮਿਜ਼ੋਰਮ, ठीक है जी। ਤੇ ਆਰਟੀਕਲ 244 ਦੇ ਨਾਲ ਰਿਲੇਟ ਕਰਦੇ ਆ। तो नैक्सट जो ऑप्शन सीगा आर्टिकल 370, तो लगभग सबनों पता होएगा कि जम्मू एंड कश्मीर के जोड़ा स्पैशल स्टेटस सीगा उहदे नाल रिलेटेड सीगा, जिहड़ा कि असीं 5 अगस्त 2019 नूं रिपील करता सी, रिवोक करता सी बेसिकली, ठीक है जी। आर्टिकल 250 जिहड़ा हैगा वो ये सेंटर स्टेट रिलेशनस दे नाल रिलेटेड है, जिहड़ा पार्ट असीं 11 दे विच पढ़दे हां, ठीक है जी। उहदे विच की है कि जदों एमरजेंसी लगी होवे तो उस टाइम जिहड़ी स्टेट लिस्ट दे विच साडे स्टेट लिस्ट दे विच सबजैक्ट्स लिखे हुए हैं उन्होंने पार्लीमेंट जी वो लॉ बना सकती है, तो आर्टिकल 250 जो कहना, ठीक है जी। 8th शेड्यूल के साडियां जो 22 ऑफिशियल लैंग्वेजेस ने वो मैंशन ने। सो थैंक यू सो मच फॉर वॉचिंग। प्लीज़ जेकर तुहानूं कंटेंट वधिया लग रहा तो वीडियो नूं लाइक करो, सारे नाल शेयर करो, तो नाल दी नाल चैनल नूं सबसक्राइब भी करो। थैंक यू सो मच।